ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਮੁੱਦਾ ਦੇ ਵਿੱਚ। ਪੰਜਾਬ ਦਾ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਵਾਸਤੇ ਕਾਲਾ ਪਿਆ ਹੋਇਆ ਹੈ। ਉਹਨੂੰ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਜਾ ਕੇ ਉਹਦੀ ਜ਼ਿੰਦਗੀ ਬਣ ਸਕਦੀ ਹੈ, ਵਿਦੇਸ਼ਾਂ ਵਿੱਚ ਜਾ ਕੇ ਉਹਦਾ ਭਵਿੱਖ ਬਣ ਸਕਦਾ ਹੈ। ਕਿਉਂ? ਕਿਉਂਕਿ ਪੰਜਾਬ ਵਿੱਚ ਰਹਿ ਕੇ ਉਹਨੂੰ ਨਿਰਾਸ਼ਾ ਦੇਖਣੀ ਪੈ ਰਹੀ ਹੈ। ਉਹਨੂੰ ਲੱਗਦਾ ਕਿ ਉਹਦਾ ਕੁਝ ਨਹੀਂ ਬਣਨਾ। ਬੇਰੁਜ਼ਗਾਰੀ ਦੀ ਮਾਰ, ਗਰੀਬੀ ਦੀ ਮਾਰ, ਖੇਤੀਬਾੜੀ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਹੈ, ਵਾਤਾਵਰਣ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਹੈ, ਪੜ੍ਹਾਈ ਲਿਖਾਈ ਦਾ, ਸਿੱਖਿਆ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਹੈ, ਸਿਹਤ ਸੁਵਿਧਾਵਾਂ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਹੈ। ਤੇ ਪੋਲੀਟੀਕਲ ਪਾਰਟੀਜ਼ ਮਿਸ਼ਨ 22 2022 ਦੇ ਵਿੱਚ ਇਲੈਕਸ਼ਨਸ ਨੇ, ਮਿਸ਼ਨ 22 ਦੇ ਵਿੱਚ ਲੱਗੀਆਂ ਹੋਈਆਂ। ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਨੇ। ਕੋਈ ਕਹਿ ਰਿਹਾ ਜੀ ਬਿਜਲੀ ਦੇ ਬਿੱਲ ਮਾਫ ਕੀਤੇ ਜਾਣਗੇ, ਕੋਈ ਕਹਿੰਦਾ ਜੀ ਬਿਜਲੀ ਮੁਫਤ ਕੀਤੀ ਜਾਏਗੀ, ਕੋਈ ਕਹਿੰਦਾ ਜੀ ਔਰਤਾਂ ਵਾਸਤੇ ਬੱਸ ਦਾ ਸਫ਼ਰ ਫ੍ਰੀ ਕਰ ਦਿੱਤਾ ਜਾਏਗਾ, ਕੋਈ ਕਹਿੰਦਾ ਜੀ 18 ਸਾਲ ਤੋਂ ਉੱਤੇ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ 1000 ਰੁਪਇਆ ਮਹੀਨਾ ਦਿੱਤਾ ਜਾਏਗਾ। ਤਰ੍ਹਾਂ ਦੇ ਵਾਅਦੇ ਹੋ ਰਹੇ ਨੇ, ਤਰ੍ਹਾਂ ਦੇ ਐਲਾਨ ਹੋ ਰਹੇ ਨੇ, ਪਰ ਪੈਸਾ ਕਿੱਥੋਂ ਆਊਗਾ? ਸਵਾਲ ਇਹ ਹੈ। ਕਈ ਵਾਰ ਪੋਲੀਟੀਕਲ ਪਾਰਟੀਜ਼ ਮੈਨੀਫੈਸਟੋ ਵਿੱਚ ਇਸ ਤਰ੍ਹਾਂ ਦੇ ਵੀ ਵਾਅਦੇ ਕਰਦੇ ਨੇ ਜੋ ਪੂਰੇ ਨਹੀਂ ਹੁੰਦੇ ਜਾਂ ਜੋ ਪੂਰੇ ਕੀਤੇ ਹੀ ਨਹੀਂ ਜਾ ਸਕਦੇ, ਨਾਮੁਮਕਿਨ ਨੇ। ਇਸ ਤਰ੍ਹਾਂ ਦੇ ਵਾਅਦੇ ਕਿਉਂ ਕਰਦੇ ਨੇ ਇਹ ਉਹਨਾਂ ਨੂੰ ਪਤਾ ਹੋਏਗਾ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਪੰਜਾਬ ਦੀ ਜਨਤਾ, ਪੰਜਾਬ ਦਾ ਨੌਜਵਾਨ ਕਿੱਥੋਂ ਤੱਕ ਵਿਸ਼ਵਾਸ ਕਰੇ। ਪੰਜਾਬ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ ਹੈ ਤੇ ਸਾਲਾਨਾ 20,000 ਕਰੋੜ ਦੀ ਕਿਸ਼ਤ ਜਾਂਦੀ ਹੈ ਵਿਆਜ ਦੀ। ਸੋ ਸਬਸਿਡੀਆਂ ਦੇਣੀਆਂ, ਪੈਨਸ਼ਨਾਂ ਦੇਣੀਆਂ, ਤਨਖਾਹਾਂ ਦੇਣੀਆਂ, ਹੋਰ ਸੁੱਖ ਸੁਵਿਧਾਵਾਂ ਦੇਣੀਆਂ, ਇਹ ਸਭ ਕਿਵੇਂ ਚੱਲਦਾ ਪਿਆ? ਕਰਜ਼ੇ ਲੈ ਕੇ ਚੱਲਦਾ ਪਿਆ। ਤੇ ਕਰਜ਼ਾ ਲਾਉਣਾ ਕਿਵੇਂ ਹੈ ਤੇ ਲਾਉਣਾ ਕਿਵੇਂ ਹੈ ਇਹ ਵੀ ਸੋਚਣ ਦੀ ਗੱਲ ਹੈ। ਇਸ ਕਰਕੇ ਇਹ ਜਿਹੜਾ ਮਿਸ਼ਨ 22 ਹੈ, ਮਿਸ਼ਨ 22 ਹੈ, ਜੇ ਇਸ ਦੀ ਦਿਸ਼ਾ ਇਸ ਵੱਲ ਹੋਵੇ ਕਿ ਇਹ ਸਾਰਾ ਬਜਟ ਆਪਾਂ ਬਣਾਉਣਾ ਕਿਵੇਂ ਹੈ, ਇਹ ਸਾਰਾ ਪੈਸੇ ਦਾ ਬੰਦੋਬਸਤ ਆਪਾਂ ਕਰਨਾ ਕਿਵੇਂ ਹੈ, ਇਹ ਲੋਕਾਂ ਨੂੰ ਨਾਲ ਲੈ ਕੇ ਆਪਾਂ ਤੁਰਨਾ ਕਿਵੇਂ ਹੈ। ਕਿਉਂ? ਕਿਉਂਕਿ ਕੋਈ ਵੀ ਪਾਰਟੀ ਜਦੋਂ ਸੱਤਾ 'ਚ ਆਏਗੀ ਉਹਦੇ ਵਾਸਤੇ ਇਹ ਚੁਣੌਤੀ ਰਹੇਗੀ ਕਿ ਇਕਨੋਮੀ ਨੂੰ ਕਿੱਦਾਂ ਸੰਭਾਲੀਏ, ਪੰਜਾਬ ਦੇ ਅਰਥਚਾਰੇ ਨੂੰ ਕਿੱਦਾਂ ਸੰਭਾਲੀਏ, ਪੰਜਾਬ ਦੀ ਜੋ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ, ਮਾਲੀ ਹਾਲਤ, ਉਹਦਾ ਹੱਲ ਕੀ ਹੈ। ਉਹ ਹੱਲ ਤਾਂ ਲੱਭਣਾ ਹੀ ਪਏਗਾ। ਤਾਂ ਹੀ ਪੰਜਾਬ ਵਿਕਸਿਤ ਹੋ ਸਕਦਾ ਹੈ, ਤਾਂ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਹੈ, ਤਾਂ ਹੀ ਨੌਜਵਾਨਾਂ ਨੂੰ ਇਹ ਭਰੋਸਾ ਹੋ ਸਕਦਾ ਹੈ ਕਿ ਸਾਡਾ ਭਵਿੱਖ ਪੰਜਾਬ ਵਿੱਚ ਸੁਰੱਖਿਅਤ ਹੈ, ਅਸੀਂ ਕੁਝ ਕਰ ਸਕਦੇ ਹਾਂ ਜੋ ਕਰਨਾ ਚਾਹੁੰਦੇ ਹਾਂ। ਦੂਸਰੀ ਗੱਲ ਇਹ ਹੈ ਵਾਤਾਵਰਣ ਦਾ ਜੋ ਹਾਲ ਹੈ। ਵਿਦੇਸ਼ਾਂ 'ਚ ਅਸੀਂ ਦੇਖਦੇ ਹਾਂ ਕਿ ਪਾਰਟੀਆਂ, ਵਿਦੇਸ਼ਾਂ ਦੀਆਂ ਜੋ ਪੋਲੀਟੀਕਲ ਪਾਰਟੀਆਂ ਨੇ, ਵਾਤਾਵਰਣ ਨੂੰ ਆਪਣੇ ਮੁੱਦਿਆਂ ਦੇ ਵਿੱਚ ਰੱਖਦੀਆਂ ਨੇ। ਗ੍ਰੀਨ ਪੋਲਿਟਿਕਸ, ਹਰੀ ਰਾਜਨੀਤੀ, ਇਸ ਨਾਂ ਦੇ ਉੱਤੇ ਉਹਨਾਂ ਨੇ ਜਦੋਂ ਪ੍ਰਚਾਰ ਕੀਤਾ ਤਾਂ ਲੋਕਾਂ ਦਾ ਵੀ ਵਿਸ਼ਵਾਸ ਬਣਿਆ, ਨੌਜਵਾਨਾਂ ਦਾ ਵੀ ਵਿਸ਼ਵਾਸ ਬਣਿਆ। ਤੇ ਅੱਜ ਨੌਜਵਾਨ ਪੀੜ੍ਹੀ ਅੱਗੇ ਆ ਰਹੀ ਹੈ, ਨਵੀਂ ਸੋਚ ਨਾਲ ਅੱਗੇ ਆ ਰਹੀ ਹੈ। ਤਾਂ ਸਾਨੂੰ ਚਾਹੀਦਾ ਹੈ, ਪੰਜਾਬ ਦੀ ਧਰਤੀ ਨੂੰ ਚਾਹੀਦਾ ਹੈ ਕਿ ਆਪਣੇ ਨੌਜਵਾਨਾਂ ਦਾ ਫਾਇਦਾ ਲੈਣ। ਜੇ ਸਾਡੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਸੈਟਲ ਹੋ ਗਏ ਤਾਂ ਫਿਰ ਵਿਦੇਸ਼ੀ ਧਰਤੀ ਦੇ ਲੋਕ ਹੀ ਉਹਨਾਂ ਦਾ ਫਾਇਦਾ ਲੈ ਸਕਦੇ ਨੇ। ਉਹਨਾਂ ਦਾ ਹੁਨਰ ਉਹਨਾਂ ਦੇ ਕੰਮ ਆਏਗਾ, ਸਾਡੇ ਕੰਮ ਨਹੀਂ ਆਏਗਾ। ਇਸ ਕਰਕੇ ਜੋ ਪੰਜਾਬ ਦੀ ਨਵੀਂ ਪੀੜ੍ਹੀ ਅੱਗੇ ਆ ਰਹੀ ਹੈ, ਵਾਤਾਵਰਣ ਦੇ ਬਾਰੇ ਸੋਚ ਰਹੀ ਹੈ, ਜੋ ਸੋਚਦੀ ਹੈ ਕਿ ਕਿਸ ਤਰ੍ਹਾਂ ਕੁਦਰਤ ਦੀ ਸਾਂਭ ਸੰਭਾਲ ਕਰੀਏ, ਕਿਉਂਕਿ ਕੁਦਰਤ ਦੀ ਸਾਂਭ ਸੰਭਾਲ ਦੇ ਨਾਲ ਹੀ ਸਾਡਾ ਸਾਰਿਆਂ ਦਾ ਜੀਵਨ ਜੁੜਿਆ ਹੋਇਆ ਹੈ, ਤਾਂ ਕਿੱਦਾਂ ਕੀਤਾ ਜਾਏ। ਸੋ ਇਹ ਸਭ ਚੀਜ਼ਾਂ ਸੋਚ ਕੇ ਹੀ ਵਾਅਦੇ ਕਰੋ, ਐਲਾਨ ਕਰੋ ਤੇ ਆਪਣੀ ਮੈਨੀਫੈਸਟੋ ਦੇ ਵਿੱਚ ਉਹਨਾਂ ਚੀਜ਼ਾਂ ਦਾ ਹੀ ਇਸਤੇਮਾਲ ਕਰੋ ਜਿਹੜੇ ਵਾਕਈ ਵਾਅਦੇ ਤੁਸੀਂ ਪੂਰੇ ਕਰ ਸਕਦੇ ਹੋ। ਐਵੇਂ ਹੀ ਹਵਾ 'ਚ ਗੱਲਾਂ ਕਰੀ ਜਾਣੀਆਂ, ਉਹਦਾ ਕੋਈ ਫਾਇਦਾ ਨਹੀਂ। ਲੋਕਾਂ ਨੂੰ ਸੱਚਾਈ ਦਾ ਪਤਾ ਹੈ। ਸਵਾਲ ਫਿਰ ਉੱਥੇ ਇਹੀ ਆਏਗਾ, ਬਈ ਇਹ ਸਭ ਕਰਨ ਵਾਸਤੇ ਪੈਸਾ ਕਿੱਥੋਂ ਆਊਗਾ? ਮਾਹਿਰ ਕਹਿੰਦੇ ਨੇ ਕਿ ਸਾਡੇ ਦੇਸ਼ ਦਾ ਜੋ ਹਾਲ ਹੋਇਆ ਹੈ ਇਹ 1990 ਤੋਂ ਬਾਅਦ ਹੋਇਆ ਹੈ। ਜੋ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ, ਜੋ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਕਾਰਨ ਕਿਉਂਕਿ 1990 ਤੋਂ ਬਾਅਦ ਐਸੀਆਂ ਨੀਤੀਆਂ ਅਪਣਾਈਆਂ ਗਈਆਂ, ਉਦਾਰਵਾਦੀ ਨੀਤੀਆਂ ਅਪਣਾਈਆਂ ਗਈਆਂ, ਜਿਹਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਬਹੁਤ ਜ਼ਿਆਦਾ ਅੱਗੇ ਲਿਆਂਦਾ ਗਿਆ, ਨਿੱਜੀਕਰਨ ਬਹੁਤ ਜ਼ਿਆਦਾ ਹੋਇਆ ਤਾਂ ਸਰਕਾਰੀ ਸੈਕਟਰ ਪਿੱਛੇ ਚਲਾ ਗਿਆ ਤੇ ਲੋਕਾਂ ਦੇ ਵਾਸਤੇ ਕੀ ਜ਼ਰੂਰੀ ਹੈ ਉਸ ਵੱਲ ਧਿਆਨ ਘਟ ਗਿਆ। ਤਾਂ ਸਾਰੀਆਂ ਨੀਤੀਆਂ ਇਸ ਤਰ੍ਹਾਂ ਬਣਾਈਆਂ ਗਈਆਂ ਕਿ ਜੋ ਬਿਜ਼ਨਸ ਹਾਊਸਿਸ ਨੇ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ, ਇਸ ਉਮੀਦ ਦੇ ਨਾਲ ਕਿ ਉਹ ਇਨਵੈਸਟਮੈਂਟ ਕਰਨਗੀਆਂ ਤੇ ਸਾਡੀ ਇਕਨੋਮੀ ਹੋਰ ਅੱਗੇ ਵਧੇਗੀ।
पर ਇਹ ਕੈਲਕੂਲੇਸ਼ਨਸ ਸਹੀ ਸਾਬਿਤ ਨਹੀਂ ਹੋਈਆਂ। ਉਹਨਾਂ ਨੇ ਇਨਵੈਸਟਮੈਂਟ ਕੀਤੀ ਪਰ ਸਾਰਿਆਂ ਦੀ ਭਲਾਈ ਲਈ ਨਹੀਂ ਕੀਤੀ, ਆਪਣੇ ਫਾਇਦੇ ਲਈ ਕੀਤੀ। ਸੋ ਆਪਣਾ ਫਾਇਦਾ ਦੇਖਦੇ ਦੇਖਦੇ ਅੱਜ ਇਹ ਹਾਲਾਤ ਆ ਗਏ ਨੇ ਕਿ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ, ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਆਰਥਿਕ ਵਿਕਾਸ ਤਾਂ ਹੀ ਸੰਭਵ ਹੈ ਜੇ ਇਹ ਸਾਰੀਆਂ ਸਹੂਲਤਾਂ ਉਹਨਾਂ ਲੋਕਾਂ ਤੱਕ ਵੀ ਪਹੁੰਚਣ ਜਿਨ੍ਹਾਂ ਨੂੰ ਅਸੀਂ ਗਰੀਬੀ ਰੇਖਾ ਤੋਂ ਥੱਲੇ ਮੰਨਦੇ ਹਾਂ। ਬਹੁਤ ਵਿਕਾਸ ਹੋਇਆ ਹੈ, ਇਹਦੇ ਵਿੱਚ ਕੋਈ ਗਲਤੀ ਨਹੀਂ, ਭਾਰਤ ਨੇ ਬਹੁਤ ਤਰੱਕੀ ਕੀਤੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਉਹ ਸਾਰਾ ਫਾਇਦਾ ਸਭ ਨੂੰ ਨਹੀਂ ਪਹੁੰਚ ਰਿਹਾ ਜੋ ਅਸੀਂ ਵਾਕਈ ਪ੍ਰੈਕਟੀਕਲ ਲਾਈਫ ਦੇ ਵਿੱਚ ਦੇਖਦੇ ਹਾਂ। ਉਦਾਹਰਨ ਦੇ ਤੌਰ ਤੇ ਸਿਹਤ ਦੀ ਗੱਲ ਕਰੀਏ, ਕਿਉਂਕਿ ਜਦੋਂ ਤੱਕ ਸਿਹਤ ਸਾਥ ਦੇਗੀ ਉਦੋਂ ਤੱਕ ਹੀ ਤੁਸੀਂ ਸਾਰੇ ਕੰਮ ਕਰ ਸਕਦੇ ਹੋ, ਪਰ ਸਿਹਤ ਸਹੂਲਤਾਂ ਸਾਡੇ ਕੋਲ ਕਿੰਨੀਆਂ ਕੁ ਨੇ? ਇੰਨੇ ਬੜੇ ਹਸਪਤਾਲ ਖੁੱਲ ਗਏ, ਇੰਨੇ ਬੜੇ ਥਾਂ ਦੇ ਉੱਤੇ ਕਲੀਨਿਕ ਖੁੱਲ ਗਏ, ਦਵਾਈਆਂ ਦੀਆਂ ਦੁਕਾਨਾਂ ਖੁੱਲ ਗਈਆਂ, ਪਰ ਉਹ ਸਭ ਦੀ ਪਹੁੰਚ ਤੋਂ ਬਾਹਰ ਨੇ, ਕਿਉਂਕਿ ਸਭ ਕੁਝ ਇੰਨਾ ਮਹਿੰਗਾ ਹੈ ਕਿ ਇੱਕ ਗਰੀਬ ਆਦਮੀ ਉਹਦੇ ਵਿੱਚ ਜਾ ਕੇ ਆਪਣਾ ਇਲਾਜ ਕਰਵਾਉਣ ਦਾ ਸੁਪਨਾ ਵੀ ਨਹੀਂ ਵੇਖ ਸਕਦਾ। ਕਿਸੇ ਵਕਤ ਇਹ ਜਿਹੜੀਆਂ ਸਿਹਤ ਸੁਵਿਧਾਵਾਂ ਸੀ, ਇਲਾਜ ਕਰਾਉਣ ਵਾਲੀਆਂ ਸੁਵਿਧਾਵਾਂ ਸੀ, ਇਹ ਸਭ ਦੇ ਵਾਸਤੇ ਓਪਨ ਸੀ ਕਿਉਂਕਿ ਸਭ ਸਰਕਾਰੀ ਹੱਥਾਂ ਵਿੱਚ ਸੀ। ਅੱਜ ਇਹ ਨਿੱਜੀ ਹੱਥਾਂ ਦੇ ਵਿੱਚ ਹੈ, ਪ੍ਰਾਈਵੇਟ ਸੈਕਟਰ ਦੇ ਵਿੱਚ ਹੈ, ਇਸ ਕਰਕੇ ਮੁਨਾਫਾ ਦੇਖਿਆ ਜਾਂਦਾ ਹੈ। ਤਾਂ ਉੱਥੇ ਗਰੀਬਾਂ ਦੀ ਦਾਲ ਨਹੀਂ ਗਲਦੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇੰਨਾ ਪੈਸਾ ਉਹ ਲਿਆਉਣ ਕਿੱਥੋਂ। ਪਰ ਨਾਲ ਦੀ ਨਾਲ ਯੋਜਨਾਵਾਂ ਸ਼ੁਰੂ ਹੋਈਆਂ, बीमा। ਹੁਣ बीमा जो है फिर ਉੱਥੇ ਹੀ ਆ ਗਿਆ ਕਿ ਤੁਸੀਂ ਇਹ ਸਿਹਤ ਸੁਵਿਧਾਵਾਂ ਖਰੀਦੋਗੇ। 70 ਤੋਂ 75% ਸਿਹਤ ਸੁਵਿਧਾਵਾਂ ਜਿਹੜੀਆਂ ਨੇ ਉਹ ਵਿਕਦੀਆਂ ਪਈਆਂ ਨੇ। ਇਹਨਾਂ ਸਿਹਤ ਸੁਵਿਧਾਵਾਂ ਨੂੰ ਖਰੀਦਣਾ ਆਮ ਬੰਦੇ ਦੇ, ਗਰੀਬ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਸੋ ਇਹ ਵੀ ਕੋਈ ਜਿਹੜੀ ਛਾਲ ਵੱਜੀ ਹੈ, ਇਹ ਛਾਲ ਆਰਥਿਕ ਵਿਕਾਸ ਦੇ ਨਾਂ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਇੱਕ ਵੱਡੀ ਛਾਲ ਹੈ, ਕਿਉਂਕਿ ਇਹਦੇ ਵਿੱਚ ਵੀ ਪ੍ਰਾਈਵੇਟ ਸੈਕਟਰ ਆ ਗਿਆ, ਕਾਰਪੋਰੇਟ ਆ ਗਿਆ, ਉਹ ਆਪਣਾ ਮੁਨਾਫਾ ਦੇਖ ਰਿਹਾ। ਪਰ ਲੋਕ ਹਿੱਤ ਵਿੱਚ ਇਹ ਛਾਲ ਵੱਡੀ ਛਾਲ ਨਹੀਂ ਕਹੀ ਜਾ ਸਕਦੀ ਕਿਉਂਕਿ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਚਿੰਤਾ ਹੈ ਸਿਹਤ ਸੁਵਿਧਾਵਾਂ ਦੀ। ਸੋ ਅਨਾਜ ਬਹੁਤ ਹੈ, ਇਹ ਵੀ ਇੱਕ ਮੁੱਦਾ ਹੈ। ਅਨਾਜ ਬਹੁਤ ਹੈ ਪਰ ਅਨਾਜ ਗੋਦਾਮਾਂ ਵਿੱਚ ਵੀ ਪਿਆ ਹੈ, ਉੱਥੇ ਵੀ ਸੜਦਾ ਪਿਆ ਹੈ, ਖੁੱਲੀ ਮੰਡੀ ਵਿੱਚ ਵੀ ਪਿਆ ਹੈ, ਉੱਥੇ ਵੀ ਮੌਸਮ ਦੀ ਮਾਰ ਸਹਿੰਦਾ ਪਿਆ ਹੈ ਤੇ ਅਨਾਜ ਵੇਸਟ ਹੋ ਜਾਂਦਾ ਹੈ, ਵਿਅਰਥ ਹੋ ਜਾਂਦਾ ਹੈ। ਜੇ ਉਹਨੂੰ ਸਾਂਭਿਆ ਜਾਵੇ ਤਾਂ ਉਹਨਾਂ ਗਰੀਬ ਲੋਕਾਂ ਤੱਕ ਪਹੁੰਚ ਸਕਦਾ ਹੈ ਜਿਹੜੇ ਗਰੀਬ ਲੋਕ ਜ਼ਰੂਰਤਮੰਦ ਨੇ। ਤਾਂ ਭੁੱਖਮਰੀ ਦਾ ਇਲਾਜ ਆਪਣੇ ਆਪ ਹੋ ਜਾਂਦਾ ਹੈ ਕਿਉਂਕਿ ਦੁਨੀਆ ਭਰ ਦੀਆਂ ਰਿਪੋਰਟਾਂ ਆਉਂਦੀਆਂ ਪਈਆਂ ਨੇ ਕਿ ਭਾਰਤ ਦੇ ਵਿੱਚ ਭੁੱਖਮਰੀ ਦਾ ਇੰਡੈਕਸ ਵੱਧਦਾ ਪਿਆ ਹੈ। 100ਵੇਂ ਨੰਬਰ ਤੇ ਆ ਗਏ ਹਾਂ, ਬਲਕਿ ਉਸ ਤੋਂ ਵੀ ਥੱਲੇ ਆ ਗਏ ਹਾਂ। ਪਰ ਕਿਉਂ? ਕਿਉਂਕਿ ਸਾਡੀ ਸਾਂਭ ਸੰਭਾਲ ਨਹੀਂ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਪਾਣੀ ਨੂੰ ਨਹੀਂ ਸਾਂਭਦੇ, ਬਰਸਾਤਾਂ ਦੇ ਪਾਣੀ ਨੂੰ ਨਹੀਂ ਸਾਂਭਦੇ, ਸਮੁੰਦਰਾਂ ਦੇ, ਦਰਿਆਵਾਂ ਦੇ ਪਾਣੀ ਨੂੰ ਨਹੀਂ ਸਾਂਭਦੇ, ਵਿਅਰਥ ਕਰਦੇ ਹਾਂ। ਅਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ, ਘਰ ਦੇ ਪਾਣੀ ਨੂੰ ਵਿਅਰਥ ਕਰਦੇ ਹਾਂ, ਇੰਡਸਟਰੀ ਦੇ ਪਾਣੀ ਨੂੰ ਵਿਅਰਥ ਕਰਦੇ ਹਾਂ, ਉਹਨਾਂ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ। ਠੀਕ ਉਸੇ ਤਰ੍ਹਾਂ ਵਿਅਰਥ ਕਰਨ ਦੀ ਆਦਤ ਜੋ ਹੈ ਅਨਾਜ ਨੂੰ ਵੀ ਵਿਅਰਥ ਕਰਨ ਦੇ ਵਿੱਚ ਬਦਲਦੀ ਪਈ ਹੈ। ਅਸੀਂ ਅਨਾਜ ਨੂੰ ਵੀ ਵਿਅਰਥ ਕਰਦੇ ਹਾਂ। ਸੋ ਜੋ ਅਸੀਂ ਕਿਸਾਨੀ ਅੰਦੋਲਨ ਤੋਂ ਸਿੱਖਿਆ ਹੈ ਕਿ ਅਸੀਂ ਕਿਵੇਂ ਮਿਲ ਜੁਲ ਕੇ ਸਭ ਕੁਝ ਸਾਂਭ ਸਕਦੇ ਹਾਂ ਤਾਂ ਕਿ ਸਹੀ ਨਤੀਜੇ ਆ ਸਕਣ, ਉਹ ਸਾਰੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਹੈ ਤਾਂ ਕਿ ਅਸੀਂ ਸਹੀ ਦਿਸ਼ਾ ਵੱਲ ਅੱਗੇ ਵਧ ਸਕੀਏ। ਹੁਣ ਦੇਖੋ, ਕਹਿੰਦੇ ਨੇ ਕਿ ਤੁਹਾਨੂੰ ਸਿਹਤ ਦਾ ਅਧਿਕਾਰ ਹੈ, ਤੁਹਾਨੂੰ ਪੜ੍ਹਾਈ ਲਿਖਾਈ ਦਾ ਅਧਿਕਾਰ ਹੈ, ਤੁਹਾਨੂੰ ਜ਼ਿੰਦਗੀ ਦਾ ਅਧਿਕਾਰ ਹੈ। ਹੁਣ ਪੁੱਛੋ ਇਹ ਕੋਈ ਅਧਿਕਾਰ ਨੇ? ਇਹ ਤੇ ਜਮਾਂਦਰੂ ਅਧਿਕਾਰ ਨੇ, ਕੁਦਰਤੀ ਅਧਿਕਾਰ ਨੇ, ਸਭ ਕੋਲ ਹੋਣੇ ਚਾਹੀਦੇ ਨੇ। ਸਭ ਦੀ ਸਿਹਤ ਚੰਗੀ ਹੋਣੀ ਚਾਹੀਦੀ ਹੈ, ਖਾਣ ਪੀਣ ਨੂੰ ਮਿਲਣਾ ਚਾਹੀਦਾ ਹੈ, ਸਭ ਦੇ ਕੋਲ ਕੱਪੜੇ ਲੱਤੇ ਹੋਣੇ ਚਾਹੀਦੇ ਨੇ, ਸਭ ਕੋਲ ਘਰ ਹੋਣਾ ਚਾਹੀਦਾ ਹੈ, ਸਭ ਕੋਲ ਸਿਹਤ ਹੋਣੀ ਚਾਹੀਦੀ ਹੈ, ਜ਼ਰੂਰੀ ਸੁੱਖ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਨੇ ਜੋ ਸਭ ਦਾ ਕੁਦਰਤੀ ਅਧਿਕਾਰ ਹੈ। ਇਹ ਕੋਈ ਅਹਿਸਾਨ ਥੋੜਾ ਹੈ, ਇਹ ਤਾਂ ਸਿੱਧੀ ਸਾਦੀ ਗੱਲ ਹੈ ਕਿ ਸਭ ਨੂੰ ਮਿਲਣਾ ਚਾਹੀਦਾ ਹੈ, ਕੁਦਰਤੀ ਤੌਰ ਤੇ ਮਿਲਣਾ ਚਾਹੀਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਸਾਡੀ ਫਸਲਾਂ ਨੇ, ਸਾਡੀਆਂ ਫਸਲਾਂ ਦਾ ਵੀ ਸਹੀ ਮੁੱਲ ਮਿਲਣਾ ਚਾਹੀਦਾ ਹੈ, ਸਹੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ। ਹੁਣ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜੋ WTO ਹੈ, ਉਹਦੇ ਮੁਤਾਬਿਕ ਵੀ ਦੇਖਿਆ ਜਾਵੇ ਤਾਂ ਉੱਥੇ ਵੀ ਵੱਖਰੇਵਾਂ ਹੈ। ਸਾਰੇ ਆਪਣੇ ਆਪਣੇ ਗੱਲ ਕਰਦੇ ਨੇ, ਇੰਨੇ ਮੁੱਦੇ ਨੇ ਸਾਰੀ ਦੁਨੀਆ ਦੇ ਵਿੱਚ ਕਿਸਾਨੀ ਨੂੰ ਲੈ ਕੇ, ਹੋਰ ਬਹੁਤ ਸਾਰੇ ਮੁੱਦੇ ਨੇ ਇਨਸਾਨੀ ਜ਼ਿੰਦਗੀ ਨੂੰ ਲੈ ਕੇ। ਉਹਦੇ ਵਾਸਤੇ ਵੀ ਸਭ ਦੇ ਆਪਣੇ ਆਪਣੇ ਵਿਚਾਰ ਨੇ, ਸਭ ਦਾ ਆਪਣਾ ਆਪਣਾ ਡਾਟਾ ਹੈ, ਸਭ ਦੀ ਆਪਣੀ ਆਪਣੀ ਸੋਚ ਹੈ, ਇੱਕ ਦੂਜੇ ਨਾਲ ਮੇਲ ਹੀ ਨਹੀਂ ਖਾਂਦੇ, ਵੰਡੀਆਂ ਪਈਆਂ ਹੋਈਆਂ ਨੇ। ਤਾਂ ਹੁਣ ਤੁਸੀਂ ਦੇਖੋ ਜਿਹੜੀਆਂ ਇਹ ਵੰਡੀਆਂ ਪਈਆਂ ਹੋਈਆਂ ਨੇ ਇਹ ਸਾਨੂੰ ਕਿੱਥੋਂ ਤੱਕ ਤਾਰ ਸਕਦੀਆਂ ਨੇ, ਸਾਨੂੰ ਕਿੱਥੋਂ ਤੱਕ ਸੁਧਾਰ ਸਕਦੀਆਂ ਨੇ। ਸਾਡੇ ਵਾਸਤੇ ਉਹ ਮੌਕੇ ਦੇ ਸਕਦੀਆਂ ਨੇ ਇਹ ਵੰਡੀਆਂ ਜੋ ਮੌਕੇ ਬਰਾਬਰੀ ਦੇ ਹੋਣ, ਕਿਸੇ ਵਿਤਕਰੇ ਤੋਂ ਬਿਨਾਂ ਹੋਣ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਵੀ ਇਹ ਹਾਲ ਚੱਲ ਰਿਹਾ ਹੈ। ਹਾਲਾਂਕਿ ਉੱਥੇ ਕਈ ਲੋਕ ਐਸੇ ਵਿਚਾਰ ਦੇ ਬੈਠੇ ਨੇ ਜੋ ਇਸ ਗੱਲ ਨੂੰ ਸਮਝਦੇ ਨੇ ਤੇ ਸਮਝਾਉਂਦੇ ਵੀ ਨੇ ਵੀ ਇਸ ਤਰ੍ਹਾਂ ਨਾ ਕਰੋ। ਖਰੀਦ ਕਿੰਨੀ ਹੋਣੀ ਚਾਹੀਦੀ ਹੈ, ਆਮਦਨੀ ਕਿੰਨੀ ਹੋਣੀ ਚਾਹੀਦੀ ਹੈ, ਵਿਕਰੀ ਕਿੰਨੀ ਹੋਣੀ ਚਾਹੀਦੀ ਹੈ ਫਸਲਾਂ ਦੀ, ਕਿਸਾਨਾਂ ਦੀ। ਸੋ ਇਹ ਸਭ ਚੀਜ਼ਾਂ ਧਿਆਨ ਵਿੱਚ ਰੱਖ ਕੇ ਹਰੇਕ ਦੇਸ਼ ਨੂੰ ਦੇਖੋ, ਕਿਉਂਕਿ ਹਰੇਕ ਦੇਸ਼ ਦੀ ਅਵਸਥਾ ਦੂਸਰੇ ਤੋਂ ਅਲੱਗ ਹੈ। ਇੱਕ ਪਾਸੇ ਪੂਰਨ ਰੂਪ ਦੇ ਵਿੱਚ ਵਿਕਸਿਤ ਦੇਸ਼ ਨੇ, ਇੱਕ ਪਾਸੇ ਵਿਕਾਸਸ਼ੀਲ ਦੇਸ਼ ਨੇ, ਇੱਕ ਪਾਸੇ ਗਰੀਬ ਦੇਸ਼ ਨੇ,
ਤਾਂ ਉਹਨਾਂ ਸਾਰੇ ਦੇਸ਼ਾਂ ਦੀ ਜੋ ਸਿਚੁਏਸ਼ਨ ਹੈ, ਜੋ ਹਾਲਾਤ ਹੈ, ਲੋਕਾਂ ਦਾ ਜੋ ਜੀਵਨ ਪੱਧਰ ਹੈ, ਜੋ ਜੀਵਨ ਸ਼ੈਲੀ ਹੈ, ਉਹਨੂੰ ਧਿਆਨ ਵਿੱਚ ਰੱਖ ਕੇ ਹੀ ਅਸੀਂ ਸਾਰੇ ਫੈਸਲੇ ਕਰ ਸਕਦੇ ਹਾਂ। ਵੱਖੋ-ਵੱਖ ਫੈਸਲੇ ਕੀਤੇ ਜਾਣਗੇ, ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨ੍ਹ ਸਕਦੇ। ਤਾਂ ਇਹ ਸਭ ਚੀਜ਼ਾਂ ਖਿਆਲ ਦੇਣ ਵਾਸਤੇ ਜ਼ਰੂਰੀ ਨੇ। ਇਹ ਵੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਗੱਲਬਾਤ ਹੋ ਰਹੀ ਹੈ ਪੂਰੀ ਦੁਨੀਆ ਦੇ ਪੱਧਰ ਦੇ ਉੱਤੇ। ਤਾਂ ਹੁਣ ਅਸੀਂ ਗੱਲ ਕਿੱਥੋਂ ਸ਼ੁਰੂ ਕਰੀਏ? ਗੱਲ ਸ਼ੁਰੂ ਕਰੀਏ ਅਸੀਂ ਆਪਣੇ ਭਾਰਤ ਤੋਂ, ਗੱਲ ਸ਼ੁਰੂ ਕਰੀਏ ਅਸੀਂ ਆਪਣੇ ਪੰਜਾਬ ਤੋਂ। ਹੁਣ ਅਸੀਂ ਕਿਸਾਨ ਦੀ ਗੱਲ ਕਰਦੇ ਹਾਂ। ਕਿਸਾਨ ਇੱਕ ਸਿੱਧਾ ਸਾਦਾ ਇਨਸਾਨ ਹੈ ਜੋ ਆਪਣੇ ਕੰਮ ਵਿੱਚ ਲੱਗਾ ਹੋਇਆ, ਖੇਤੀਬਾੜੀ 'ਚ ਲੱਗਾ ਹੋਇਆ ਹੈ। ਉਹਨੂੰ ਹਿਸਾਬ ਕਿਤਾਬ ਦੇ ਚੱਕਰਾਂ 'ਚ ਪਾਈ ਜਾਣਾ, ਉਹਨੂੰ ਹੋਰ ਤਰ੍ਹਾਂ ਦੇ ਚੱਕਰਾਂ 'ਚ ਪਾਈ ਜਾਣਾ, ਉਹਦੇ ਦਿਮਾਗ ਤੇ ਤਾਂ ਅੱਗੇ ਹੀ ਬੜੇ ਬੋਝ ਨੇ, ਉਹਨੂੰ ਹੋਰ ਚੱਕਰਾਂ 'ਚ ਪਾਓ। ਕਿਉਂਕਿ ਜਿਹੜੀ ਵੀ ਉਹਦੀ ਇਨਕਮ ਹੈ, ਉਹਨੇ ਨਾ ਸਿਰਫ ਆਪਣੇ ਕਰਜ਼ੇ ਉਤਾਰਨੇ ਨੇ, ਬਲਕਿ ਆਪਣੇ ਪਰਿਵਾਰ ਨੂੰ ਵੀ ਪਾਲਣਾ ਹੈ ਔਰ ਅੱਗੇ ਕਿੱਥੇ ਕਿੱਥੇ ਪੈਸੇ ਲਾਉਣੇ ਨੇ ਤਾਂ ਕਿ ਖੇਤੀ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਉਧਰ ਵੀ ਉਹਦੀ ਸੋਚ ਜਾਂਦੀ ਹੈ। ਸੋ ਉਹਨੂੰ ਕਿਉਂ ਇੰਨਾ ਉਲਝਾਉਣਾ? ਸਧਾਰਨ ਬੰਦੇ ਨੂੰ ਉਹਦਾ ਸਧਾਰਨ ਕੰਮ ਕਰਨ ਦਿਓ ਨਾ। ਪਰ ਜਿਹੜਾ ਇਹ ਸਧਾਰਨ ਕੰਮ ਹੈ ਖੇਤੀਬਾੜੀ ਦਾ, ਇਹੀ ਸਭ ਤੋਂ ਉੱਤਮ ਕੰਮ ਹੈ। ਇਸ ਕਰਕੇ ਇਹ ਫੈਸਲੇ ਲੈਣਾ ਕਿ ਕਿਸ ਤਰ੍ਹਾਂ ਉਹਨੂੰ ਵੱਧ ਤੋਂ ਵੱਧ ਬੈਨੀਫਿਟ ਦਿੱਤਾ ਜਾ ਸਕਦਾ ਹੈ, ਵੱਧ ਤੋਂ ਵੱਧ ਉਹਨੂੰ ਰਾਹਤ ਮਿਲ ਸਕਦੀ ਹੈ, ਉਹਦੇ ਦਿਮਾਗ ਤੋਂ ਬੋਝ ਕਿਵੇਂ ਲੈ ਸਕਦਾ ਹੈ, ਇਹ ਸਵਾਲ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਇਹ ਸਵਾਲ ਪਾਲਿਸੀ ਮੇਕਰਸ ਨੂੰ ਸੋਚਣਾ ਚਾਹੀਦਾ ਹੈ। ਸਧਾਰਨ ਸਿੰਪਲ ਪਾਲਿਸੀਜ਼ ਜਿਹੜੀਆਂ ਕਿਸਾਨ ਨੂੰ ਅੱਗੇ ਵਧਾਉਣ, ਖੇਤੀਬਾੜੀ ਨੂੰ ਅੱਗੇ ਵਧਾਉਣ। ਅਸੀਂ ਸਾਰੇ ਜਾਣਦੇ ਹਾਂ ਕਿਸੇ ਵੀ ਮੁੱਦੇ ਦਾ ਹੱਲ ਗੱਲਬਾਤ ਨਾਲ ਹੁੰਦਾ ਹੈ, ਸੰਵਾਦ ਨਾਲ ਹੁੰਦਾ ਹੈ। ਜਦੋਂ ਤੱਕ ਸੰਵਾਦ ਸਥਾਪਿਤ ਨਾ ਕੀਤਾ ਜਾਏ, ਡਾਇਲੋਗ ਨਾ ਕੀਤਾ ਜਾਏ, ਉਦੋਂ ਤੱਕ ਕਿਸੇ ਮੁੱਦੇ ਦਾ ਕੋਈ ਹੱਲ ਨਹੀਂ ਹੋ ਸਕਦਾ। ਵੱਡੀਆਂ ਵੱਡੀਆਂ ਜੰਗਾਂ ਵੀ ਲੱਗਦੀਆਂ ਨੇ, ਫਿਰ ਵੀ ਆਖਰੀ ਫੈਸਲਾ ਟੇਬਲ ਤੇ ਬੈਠ ਕੇ ਹੁੰਦਾ ਹੈ। ਜਦੋਂ ਗੱਲਬਾਤ ਹੁੰਦੀ ਹੈ, ਸਿੱਧੀ ਗੱਲਬਾਤ ਦੇ ਵਿੱਚ ਹੀ ਹਰ ਮੁੱਦੇ ਦਾ ਹੱਲ ਹੁੰਦਾ ਹੈ। ਹੁਣ ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਤਾਂ ਵੱਡੇ ਵੱਡੇ ਆંકੜੇ ਲੈ ਕੇ ਆ ਜਾਂਦੇ ਹਾਂ, ਸਟੈਟਿਸਟਿਕਸ, ਔਰ ਨਾਲ ਅਸੀਂ ਗੱਲ ਕਰਦੇ ਹਾਂ ਵੱਡੇ ਵੱਡੇ ਇਕਨੋਮਿਕ ਮਾਡਲਸ ਦੀ। ਘੁੰਮਣ ਘੇਰੀਆਂ ਨੇ, ਜਿੰਨਾ ਮਰਜ਼ੀ ਘੁੰਮੀ ਜਾਓ, ਜਿੰਨਾ ਮਰਜ਼ੀ ਘੁੰਮੀ ਜਾਓ, ਹੱਲ ਵਿੱਚੋਂ ਇਹ ਨਿਕਲਣਾ ਹੈ ਕਿ ਜਦੋਂ ਤੱਕ ਸਾਰੇ ਲੋਕਾਂ ਦਾ ਇਕੱਠਿਆਂ ਦਾ ਵਿਕਾਸ ਨਹੀਂ ਹੁੰਦਾ, ਉਦੋਂ ਤੱਕ ਇਹ ਸਭ ਸੰਭਵ ਨਹੀਂ ਹੈ। ਇਸ ਕਰਕੇ ਮਾਡਲ ਉਹ ਅਪਣਾਇਆ ਜਾਏ ਜੋ ਸਭ ਦੇ ਵਾਸਤੇ ਲਾਹੇਵੰਦ ਹੋਵੇ, ਸਭ ਦੇ ਵਾਸਤੇ ਫਾਇਦੇਮੰਦ ਹੋਵੇ। ਹੁਣ ਕਿਸਾਨ ਅੰਦੋਲਨ ਤੋਂ ਅਸੀਂ ਕੀ ਸਿੱਖਿਆ ਕਿ ਜਦੋਂ ਅਸੀਂ ਮਿਲ ਕੇ ਚੱਲਦੇ ਹਾਂ, ਉਦੋਂ ਹੀ ਸਮੱਸਿਆ ਦਾ ਹੱਲ ਹੁੰਦਾ ਹੈ। ਜਦੋਂ ਸਾਰੇ ਇਨਸਾਨ ਇਕੱਠੇ ਹੋ ਕੇ ਇੱਕ ਗੱਲ ਦੇ ਉੱਤੇ ਸੋਚਦੇ ਨੇ, ਭਾਵੇਂ ਵੱਖੋ ਵੱਖਰੇ ਵਿਚਾਰ ਹੋਣ, ਫਿਰ ਵੀ ਸੰਵਾਦ ਕਰਕੇ, ਡਾਇਲੋਗ ਕਰਕੇ, ਜਦ ਇੱਕ ਕਾਮਨ ਰਾਏ, ਆਮ ਰਾਏ ਬਣਾਈ ਜਾਂਦੀ ਹੈ, ਜਦੋਂ ਇੱਕ ਲੋਕ ਰਾਏ ਬਣਾਈ ਜਾਂਦੀ ਹੈ, ਉਦੋਂ ਇੱਕ ਦਿਸ਼ਾ ਮਿਲਦੀ ਹੈ। ਉਸ ਦਿਸ਼ਾ ਦੇ ਵੱਲ ਅਸੀਂ ਵੱਧਦੇ ਹਾਂ ਤਾਂ ਸਹੀ ਨਤੀਜੇ ਤੇ ਪਹੁੰਚਦੇ ਹਾਂ। ਕਿਸਾਨ ਅੰਦੋਲਨ ਤੋਂ ਅਸੀਂ ਇਹ ਸਿੱਖਿਆ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਚੱਲੀਏ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਕਿਉਂਕਿ ਇਨਸਾਨ ਜਦੋਂ ਸਮਾਜ ਦੇ ਰੂਪ ਦੇ ਵਿੱਚ ਵਿਕਸਿਤ ਹੁੰਦਾ ਹੈ ਤਾਂ ਬਹੁਤ ਸਾਰੀਆਂ ਸੋਚਾਂ ਇਕੱਠੀਆਂ ਹੋ ਜਾਂਦੀਆਂ ਨੇ। ਕਿਉਂਕਿ ਹਰੇਕ ਦੀ ਆਪਣੀ ਸੋਚ ਹੈ। ਉਹ ਸਾਰੀਆਂ ਸੋਚਾਂ ਜਦੋਂ ਇਕੱਠੀਆਂ ਹੁੰਦੀਆਂ ਨੇ, ਸਾਰੇ ਦਿਮਾਗ ਜਦੋਂ ਇਕੱਠਾ ਕੰਮ ਕਰਦੇ ਨੇ, ਤਾਂ ਵਾਹ ਨਤੀਜੇ ਸਾਹਮਣੇ ਆਉਂਦੇ ਨੇ। ਬਹੁਤ ਵਧੀਆ ਗੱਲ ਸਾਹਮਣੇ ਆਉਂਦੀ ਹੈ, ਨਵੇਂ-ਨਵੇਂ ਵਿਚਾਰ, ਨਵੇਂ-ਨਵੇਂ ਆਈਡੀਆ ਸਾਹਮਣੇ ਆਉਂਦੇ ਨੇ, ਤਾਂ ਹੱਲ ਜ਼ਰੂਰ ਮਿਲਦਾ ਹੈ। ਠੀਕ ਚੀਜ਼ ਅਸੀਂ ਲੈ ਕੇ ਚੱਲਦੇ ਹਾਂ ਕਿ ਹੁਣ ਕਿਸਾਨੀ ਕੀਤੀ ਕਿਵੇਂ ਜਾਵੇ। ਤਾਂ ਕਹਿੰਦੇ ਨੇ ਕਿ ਸਹਿਕਾਰੀ ਖੇਤੀ, ਕੋਆਪਰੇਟਿਵ ਖੇਤੀ, ਸਾਰੇ ਜਾਣੇ ਮਿਲ ਕੇ, ਸਾਰੇ ਕਿਸਾਨ ਮਿਲ ਕੇ ਇਕੱਠੇ ਖੇਤੀ ਕਰਨ, ਖਰਚੇ ਘਟ ਜਾਣਗੇ। ਵਿਚਾਰ ਕਰਨ ਖਰਚੇ ਕਿਵੇਂ ਘਟਾਏ ਜਾਣ। ਕਿਉਂਕਿ ਸਾਡੇ ਕੋਲ ਜ਼ਿਆਦਾ ਕਿਸਾਨ ਉਹ ਨੇ ਜਿਨ੍ਹਾਂ ਕੋਲ ਬਹੁਤ ਥੋੜੀ ਜ਼ਮੀਨ ਹੈ, ਤਾਂ ਸਾਰੇ ਜਾਣੇ ਮਿਲ ਕੇ ਖੇਤੀ ਕਿਵੇਂ ਕਰ ਸਕਦੇ ਨੇ। ਉਸ ਜ਼ਮੀਨ ਦੇ ਉੱਤੇ ਵੱਡੀ ਵੱਡੀ ਮਸ਼ੀਨਰੀ ਨੂੰ ਕਿਵੇਂ ਇਕੱਠਾ ਇਸਤੇਮਾਲ ਕਰ ਸਕਦੇ ਨੇ। ਕਿਉਂਕਿ ਇੱਕ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ ਉਹ ਵੱਡੀ ਵੱਡੀ ਮਸ਼ੀਨਰੀ ਖਰੀਦਣਾ, ਉਹ ਮਹਿੰਗੀ ਮਸ਼ੀਨਰੀ ਖਰੀਦਣਾ। ਮਿਲ ਕੇ ਕੋਆਪਰੇਟਿਵ, ਸਹਿਕਾਰੀ, ਔਰ ਇਸ ਤਰ੍ਹਾਂ ਬੈਂਕ ਵੀ ਕਈ ਖੁੱਲ੍ਹੇ ਨੇ ਸਰਕਾਰ ਵੱਲੋਂ ਜੋ ਲੋਨ ਦਿੰਦੇ ਨੇ, ਜੋ ਸਹਾਇਤਾ ਦਿੰਦੇ ਨੇ। ਤਾਂ ਗੱਲ ਮੁੱਕਦੀ ਇਹ ਹੈ ਕਿ ਕਿਸਾਨ ਅੰਦੋਲਨ ਨੇ ਸਾਨੂੰ ਮਿਲ ਜੁਲ ਕੇ ਲੜਨਾ, ਮਿਲ ਜੁਲ ਕੇ ਸੰਘਰਸ਼ ਕਰਨਾ, ਮਿਲ ਜੁਲ ਕੇ ਅੱਗੇ ਵਧਣਾ ਸਿਖਾਇਆ ਹੈ। ਉਸ ਤਰ੍ਹਾਂ ਹੀ ਅਸੀਂ ਮਿਲ ਜੁਲ ਕੇ ਸਹਿਕਾਰੀ ਖੇਤੀ ਕਰੀਏ, ਕੋਆਪਰੇਟਿਵ ਖੇਤੀ ਕਰੀਏ, ਜਿਹਦੇ ਨਾਲ ਸਾਡੀ ਆਮਦਨ ਵੱਧ ਸਕਦੀ ਹੈ, ਖਰਚੇ ਘਟ ਸਕਦੇ ਨੇ, ਅਸੀਂ ਮਸ਼ੀਨਰੀ ਦਾ ਇਸਤੇਮਾਲ ਵੀ ਕਰ ਸਕਦੇ ਹਾਂ, ਅਸੀਂ ਮਾਹਿਰਾਂ ਦੀ ਰਾਏ ਵੀ ਲੈ ਸਕਦੇ ਹਾਂ, ਸਾਰੇ ਜਣੇ ਮਿਲ ਕੇ ਕੰਮ ਕਰ ਸਕਦੇ ਹਾਂ। ਤੇ ਖੇਤੀਬਾੜੀ ਦੇ ਨਾਲ ਨਾਲ ਹੋਰ ਕਈ ਧੰਦੇ ਵੀ ਐਸੇ ਸਾਹਮਣੇ ਆ ਸਕਦੇ ਨੇ ਜੋ ਖੇਤੀਬਾੜੀ ਦੇ ਨਾਲ ਜੁੜੇ ਹੋਏ ਨੇ, ਜਿਵੇਂ ਕਿ ਡੇਅਰੀ ਫਾਰਮਿੰਗ, ਜਿਵੇਂ ਕਿ ਸ਼ਹਿਦ ਦਾ ਧੰਦਾ, ਜਿਵੇਂ ਕਿ ਮੱਛੀਆਂ ਦਾ ਧੰਦਾ, ਮੱਛੀਆਂ ਵੀ ਪਾਲ ਸਕਦੇ ਹਾਂ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਧੰਦੇ ਸਾਹਮਣੇ ਆ ਸਕਦੇ ਨੇ ਜਿਨ੍ਹਾਂ ਦਾ ਫਾਇਦਾ ਕਿਸਾਨ ਵੀਰ ਚੁੱਕ ਸਕਦੇ ਨੇ, ਆਪਣੀ ਆਮਦਨ ਨੂੰ ਵਧਾ ਸਕਦੇ ਨੇ, ਆਪਣੇ ਖਰਚੇ ਪਰਿਵਾਰ ਦੇ ਪੂਰੇ ਕਰ ਸਕਦੇ ਨੇ ਤੇ ਹੋਰ ਖੇਤੀਬਾੜੀ ਨੂੰ ਅੱਗੇ ਵਧਾਉਣ ਵਾਸਤੇ ਵੀ ਕੰਮ ਕਰ ਸਕਦੇ ਨੇ। ਸਾਡੇ ਵਾਸਤੇ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜੋ ਅਸੀਂ ਫੋਲੋ ਕਰ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ, ਜੋ ਦੁਨੀਆ ਦੇ ਵਿੱਚ ਕਾਇਮ ਹੋਈਆਂ ਨੇ ਸਹਿਕਾਰੀ ਰੂਪ ਦੇ ਵਿੱਚ। ਅਮੁਲ
ਸਭ ਤੋਂ ਵੱਡੀ ਸਾਡੇ ਸਾਹਮਣੇ ਐਗਜ਼ਾਮਪਲ ਹੈ। ਇਹ ਵੀ ਇੱਕ ਸਹਿਕਾਰੀ ਸਮਿਤੀ ਤੋਂ ਸ਼ੁਰੂ ਹੋਇਆ ਸੀ। ਅੱਜ ਅਮੁਲ ਦੁੱਧ ਦੇ ਉਤਪਾਦਨ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਗਿਣਿਆ ਜਾਂਦਾ ਪੂਰੇ ਭਾਰਤ ਦੇ ਵਿੱਚ। ਛੋਟੇ ਜਿਹੇ ਰੂਪ ਵਿੱਚ ਕਈ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਕੁਝ ਕਿਸਾਨਾਂ ਨੇ, ਤੇ ਦੇਖੋ ਅੱਜ ਦੁੱਧ ਦੇ ਉਤਪਾਦਨ ਨੂੰ ਲੈ ਕੇ ਕਿੱਡਾ ਵੱਡਾ ਬ੍ਰਾਂਡ ਬਣਿਆ ਹੋਇਆ, ਕਿੰਨੀਆਂ ਪ੍ਰੋਡਕਟਸ ਨੇ। ਇਸ ਤਰ੍ਹਾਂ ਤੁਸੀਂ ਬਹੁਤ ਐਗਜ਼ਾਮਪਲਸ ਦੇਖ ਸਕਦੇ ਹੋ, ਕੇਸ ਸਟੱਡੀ ਕਰ ਸਕਦੇ ਹੋ, ਜਿਹਦੇ ਵਿੱਚੋਂ ਤੁਹਾਨੂੰ ਰਾਹ ਮਿਲ ਸਕਦੇ ਨੇ, ਤੇ ਤੁਸੀਂ ਖੇਤੀ ਨੂੰ ਵੀ ਕੋਆਪਰੇਟਿਵ ਰਾਹਾਂ ਤੇ ਚੱਲ ਕੇ ਉਸੇ ਤਰ੍ਹਾਂ ਹੀ ਉન્નਤ ਕਰ ਸਕਦੇ ਹੋ, ਵਿਕਾਸ ਕਰ ਸਕਦੇ ਹੋ। ਜਿਸ ਤਰ੍ਹਾਂ ਵੱਡੇ ਵੱਡੇ ਕਿਸਾਨ ਵਿਕਸਿਤ ਕਰਦੇ ਨੇ ਆਪਣੀ ਖੇਤੀਬਾੜੀ ਨੂੰ, ਛੋਟੇ ਕਿਸਾਨ ਵੀ ਮਿਲ ਕੇ ਗਰੁੱਪ ਬਣਾ ਕੇ ਸਮੂਹ ਦੇ ਵਿੱਚ ਇਕੱਠੇ ਹੋ ਕੇ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ, ਠੀਕ ਉਸੇ ਤਰ੍ਹਾਂ ਖੇਤੀਬਾੜੀ ਦੇ ਫੀਲਡ ਦੇ ਵਿੱਚ, ਖੇਤੀਬਾੜੀ ਦੇ ਵਿੱਚ ਵੀ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ ਸਹਿਕਾਰੀ ਖੇਤੀ ਨੂੰ ਅਪਣਾ ਕੇ। ਇਹ ਰਾਏ ਹੈ ਮਾਹਿਰਾਂ ਦੀ। ਔਰ ਜਿਹੜੀ ਮੈਂ ਤੁਹਾਡੇ ਨਾਲ ਸਾਰੀ ਗੱਲਬਾਤ ਕਰ ਰਿਹਾ ਹਾਂ ਖੇਤੀ ਨੂੰ ਲੈ ਕੇ, ਆਪਣੇ ਅਰਥਚਾਰੇ ਨੂੰ ਲੈ ਕੇ, ਆਪਣੀ ਇਕਨੋਮੀ ਨੂੰ ਲੈ ਕੇ, ਦੇਸ਼ ਦੀ, ਪੰਜਾਬ ਦੀ ਸਥਿਤੀ ਨੂੰ ਲੈ ਕੇ, ਇਹ ਐਕਸਪਰਟਸ ਦੀ ਰਾਏ ਹੈ। ਐਕਸਪਰਟਸ ਦੀ ਰਾਏ ਦੇ ਉੱਤੇ ਬੇਸ ਕਰਕੇ ਤੁਹਾਡੇ ਨਾਲ ਸਾਰੀ ਗੱਲਬਾਤ ਕਰ ਰਹੇ ਹਾਂ ਕਿ ਤੁਸੀਂ ਸਾਰੇ ਆਪਣੀ ਸੋਚ ਦੇ ਮੁਤਾਬਿਕ ਵੀ ਚੱਲੋ, ਐਕਸਪਰਟਸ ਦੀ ਰਾਏ ਵੀ ਲਵੋ, ਇੱਕ ਬਹੁਤ ਵਧੀਆ ਰਾਹ ਨਿਕਲ ਸਕਦਾ ਹੈ ਜੋ ਸਭ ਦੇ ਫਾਇਦੇ ਵਾਸਤੇ ਹੋਏਗਾ। ਐਕਸਪਰਟਸ ਇਹ ਵੀ ਕਹਿੰਦੇ ਨੇ ਕਿ ਜਿਹੜੀ ਓਪਨ ਮਾਰਕੀਟ ਹੈ, ਖੁੱਲਾ ਬਾਜ਼ਾਰ ਹੈ, ਉਹਨੇ ਪੂਰੀ ਦੁਨੀਆ ਦੇ ਵਿੱਚ ਕਿਸਾਨਾਂ ਦੀ ਆਮਦਨ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਤੇ ਖੇਤੀਬਾੜੀ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਤਾਂ ਗੱਲ ਸਿਰਫ ਇਹ ਹੈ ਕਿ ਜੋ ਇਹ ਨੁਕਸਾਨ ਪਹੁੰਚਾਉਣ ਵਾਲੇ ਨੇ ਇਹ ਕੌਣ ਨੇ? ਇਹ ਸਾਡੇ ਵਿੱਚੋਂ ਹੀ ਨੇ। ਭਾਵੇਂ ਖੁੱਲਾ ਬਾਜ਼ਾਰ ਹੋਵੇ ਜਾਂ ਕੋਈ ਹੋਰ ਵੀ ਮਾਡਲ ਹੋਵੇ ਵਿਕਾਸ ਦਾ, ਚਾਹੇ ਉਹਨੂੰ ਕਾਰਪੋਰੇਟ ਪੱਖੀ ਕਹਿ ਲਵੋ, ਚਾਹੇ ਵੱਡੇ ਵੱਡੇ ਘਰਾਣਿਆਂ ਦੇ ਪੱਖੀ ਕਹਿ ਲਵੋ, ਚਾਹੇ ਜੋ ਮਰਜ਼ੀ ਕਹਿ ਲਵੋ, ਸਰਮਾਏਦਾਰੀ ਪੱਖੀ ਕਹਿ ਲਵੋ, ਜੋ ਮਰਜ਼ੀ ਨਾਂ ਦੇ ਦਿਓ। ਗੱਲ ਤਾਂ ਸਿਰਫ ਸੋਚ ਦੀ ਹੈ ਕਿ ਜੋ ਆਪਣੇ ਫਾਇਦੇ ਵਾਸਤੇ ਦੂਸਰੇ ਨੂੰ ਨੁਕਸਾਨ ਪਹੁੰਚਾਉਂਦੇ ਨੇ, ਚਾਹੇ ਉਹ ਜ਼ਿੰਦਗੀ ਦਾ ਕੋਈ ਵੀ ਖੇਤਰ ਹੋਵੇ, ਉਹ ਇਸ ਤਰ੍ਹਾਂ ਕਿਉਂ ਕਰਦੇ ਨੇ? ਉਹ ਕਿਉਂ ਇਸ ਸੋਚ ਦੇ ਮਾਲਿਕ ਨੇ ਕਿ ਫਾਇਦਾ ਮੇਰਾ ਹੋਵੇ, ਨੁਕਸਾਨ ਸਾਹਮਣੇ ਵਾਲੇ ਦਾ ਹੋਵੇ? ਸਾਨੂੰ ਖੁਸ਼ੀ ਹੈ ਕਿ ਤੁਸੀਂ ਮੁੱਦਾ ਦਾ ਹਿੱਸਾ ਬਣੇ। ਹੋਰ ਅਪਡੇਟਸ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।